सुन स्वामी अरदास हमारी, पूछो साच विचारो। रोस न कीजे उत्तर दीजे, क्यों पाइए गुरद्वारो। ए मन चल तो सच कर वैसे, नानक नाम आधारो। आपे मेल मिलाए करता लागे साच प्यारो। ਚਰਪਟ ਜੋਗੀ ਇਹਨਾਂ ਪੰਕਤੀਆਂ ਵਿੱਚ ਗੁਰਦੁਆਰੋ ਭਾਵ ਨਿਜ ਘਰ ਦੀ ਪ੍ਰਾਪਤੀ ਬਾਰੇ ਪੁੱਛਦਾ ਹੈ। ਕਿਸ ਤਰੀਕੇ ਨਾਲ ਜਿਹੜਾ ਨਿਜ ਘਰ ਜਿਹੜਾ ਉਹ ਪਾਇਆ ਜਾਂਦਾ ਹੈ ਅਤੇ ਸਤਿਗੁਰੂ ਜੀ ਨੂੰ ਇਹ ਵੀ ਕਹਿੰਦਾ ਹੈ ਕਿ ਰੋਸ ਨਾ ਕੀਜੇ ਉੱਤਰ ਦੀਜੇ। ਇਹ ਕਹਿ ਕੇ ਭਰੋਸਾ ਦਿਵਾਰਿਆ ਕਿ ਮੇਰਾ ਪ੍ਰਸ਼ਨ ਕਰਨ ਦਾ ਮੰਤਵ ਕਿਸੇ ਮੰਦ ਭਾਵਨਾ ਤੋਂ ਪੈਦਾ ਨਹੀਂ ਹੋਇਆ, ਕੇਵਲ ਤੁਹਾਡੇ ਕੋਲੋਂ ਸਹੀ ਜਾਣਕਾਰੀ ਲੈਣ ਵਾਸਤੇ ਪੁੱਛ ਰਿਹਾ ਹਾਂ। ਹੋਰ ਕੋਈ ਵਾਦ ਵਿਵਾਦ ਵਿੱਚ ਪੈਣ ਦੀ ਮੇਰੀ ਇੱਛਾ ਨਹੀਂ ਹੈ। ਇਸ ਲਈ ਮੈਂ ਇਹ ਆਸ ਕਰਦਾ ਕਿ ਤੁਸੀਂ ਮੇਰੇ ਪ੍ਰਸ਼ਨ ਪੁੱਛਣ ਦਾ ਬੁਰਾ ਨਹੀਂ ਮਨਾਵੋਗੇ। ਜੋਗੀ ਦੇ ਤੀਸਰੇ ਪ੍ਰਸ਼ਨ ਵਿੱਚ ਵੀ ਪੁੱਛੀ ਗਈ ਗੱਲ ਪਹਿਲੇ ਪ੍ਰਸ਼ਨ ਵਾਲੀ ਹੀ ਹੈ, ਪਰ ਜੋਗੀ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ। ਜੋਗੀ ਦੇ ਇੱਕੋ ਵਿਸ਼ੇ ਉੱਤੇ ਪੁੱਛੇ ਗਏ ਪ੍ਰਸ਼ਨਾਂ ਤੋਂ ਪਤਾ ਲੱਗਦਾ ਹੈ ਕਿ ਜੋਗੀਆਂ ਨੇ ਭਗਤ ਬਾਣੀ ਵਿੱਚੋਂ ਕੁਝ ਸੁਣੇ ਸੁਣਾਏ ਖਾਸ ਲਫ਼ਜ਼ ਪਕੜੇ ਹੋਏ ਸਨ, ਜਿਹੜੇ ਕਿਸੇ ਲਕਸ਼ ਪ੍ਰਾਪਤੀ ਦੇ ਸੂਚਕਤਾ ਸਨ, ਪਰ ਜੋਗੀਆਂ ਨੂੰ ਨਾ ਤਾਂ ਉਸ ਲਕਸ਼ ਦਾ ਗਿਆਨ ਸੀ ਤੇ ਨਾ ਉਸ ਲਕਸ਼ ਦੀ ਪ੍ਰਾਪਤੀ ਦਾ। ਜੇ ਚਰਪਟ ਨੂੰ ਇਹ ਪਤਾ ਹੁੰਦਾ ਕਹਿ ਬੈਸੋ, ਕਹਿ ਰਹੀਏ ਬਾਲੇ, ਕਹਿ ਆਵੋ, ਕਹਿ ਜਾਵੋ ਵਿੱਚ ਉਠਾਏ ਗਏ ਸਵਾਲ ਗੁਰਮਤਿ ਦੇ ਹੀ ਸਵਾਲ ਹਨ, ਜਿਨ੍ਹਾਂ ਦੇ ਅਰਥ ਜੋਗੀਆਂ ਨੇ ਮਨ ਨਾਲ ਜੋੜਨ ਦੀ ਬਜਾਏ ਸਰੀਰ ਨਾਲ ਜੋੜ ਲਏ। ਅਤੇ ਦੂਸਰੇ ਪਾਸੇ ਵਿਚਲਾ ਸਵਾਲ ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ ਵੀ ਗੁਰਮਤਿ ਦਾ ਹੀ ਸਵਾਲ ਹੈ, ਜਿਸ ਦਾ ਹੱਲ ਜੋਗੀਆਂ ਨੇ ਸੁੰਨ ਸਵਾਲ ਵਿੱਚੋਂ ਲੱਭਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕੇ। ਇਸ ਲਈ ਭੁਲੇਖੇ ਵਿੱਚ ਫਸੇ ਹੋਏ ਜੋਗੀ ਸਤਿਗੁਰੂ ਜੀ ਤੋਂ ਸੰਸਾਰ ਸਾਗਰ ਨੂੰ ਤਰਨ ਦੀ ਵਿਧੀ ਬਾਰੇ ਪੁੱਛਦੇ ਹਨ। ਇਸੇ ਤਰ੍ਹਾਂ ਹੁਣ ਤੀਸਰਾ ਪ੍ਰਸ਼ਨ ਜਿਹੜਾ ਚਰਪਟ ਕਰ ਰਿਹਾ, ਕਿਉਂ ਪਾਈਏ ਗੁਰਦੁਆਰੋ ਵੀ ਸੰਸਾਰ ਸਾਗਰ ਨੂੰ ਪਾਰ ਕਰਨ ਵਾਸਤੇ ਨਿਜ ਕਰ ਹਿਰਦੇ ਘਰ ਵਿੱਚ ਮਨ ਦੇ ਸੁਖ ਸਹਿਜ ਨਿਵਾਸ ਕਰ ਲੈਣ ਬਾਰੇ ਹੀ ਹੈ। ਭਾਵ ਸੁਰਤ ਨੂੰ ਇਸ ਸੰਸਾਰ ਸਾਗਰ ਅਗਨ ਸਾਗਰ ਵਿੱਚੋਂ ਕੱਢ ਕੇ ਮਨ ਚਿੱਤ ਇੱਕ ਹੋ ਕੇ ਆਪਣੇ ਹਿਰਦੇ ਵਿੱਚ ਗੁਰ ਸ਼ਬਦ ਨਾਲ ਜੁੜੇ ਰਹਿਣ ਬਾਰੇ ਹੀ ਹੈ। ਗੁਰਦੁਆਰੋ ਜਿਹੜਾ ਸ਼ਬਦ ਹੈ ਗੁਰ ਜਮਾਂ ਦੁਆਰੋ, ਇਸ ਦਾ ਭਾਵ ਹੈ ਉਹ ਘਰ ਜਿੱਥੇ ਕੇਵਲ ਗੁਰ ਗਿਆਨ ਹੀ ਵਸਦਾ ਹੈ, ਗੁਰ ਗਿਆਨ ਹੀ ਜਿੱਥੇ ਭਰਿਆ ਪਿਆ ਹੈ। ਇਸੇ ਨੂੰ ਹੀ ਰਾਮਦਾਸ ਸਰੋਵਰ ਕਿਹਾ ਹੈਗਾ। ਚਰਪਟ ਨੂੰ ਤਿੰਨੇ ਗੱਲਾਂ ਵੱਖਰੀਆਂ ਵੱਖਰੀਆਂ ਇਸ ਕਰਕੇ ਲੱਗਦੀਆਂ ਸਨ ਕਿਉਂਕਿ ਜੋਗਮਤ ਦਾ ਰਸਤਾ ਗੁਰਮਤ ਦੇ ਰਸਤੇ ਗਿਆਨ ਮਾਰਗ ਤੋਂ ਭਟਕ ਕੇ ਦਿਸ਼ਾਹੀਨ ਹੋ ਗਿਆ। ਜੋਗੀਆਂ ਕੋਲ ਸਾਰੇ ਨੁਕਤੇ ਨਿਸ਼ਾਨੇ ਤਾਂ ਗੁਰਮਤ ਵਾਲੇ ਹੀ ਸਨ, ਪਰ ਗੁਰਮਤ ਦੀ ਪੜ੍ਹਾਈ ਤਿਆਗ ਦੇਣ ਕਰਕੇ ਉਹ ਇਹਨਾਂ ਨਿਸ਼ਾਨੀਆਂ ਦੀ ਪੂਰਤੀ ਲਈ ਦਿਸ਼ਾਹੀਨ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਅਤੇ ਤੀਰਥਾਂ ਉੱਤੇ ਘੁੰਮਦੇ ਫਿਰਦੇ ਸਨ, ਜਾਂ ਘੁੰਮਦੇ ਫਿਰਦੇ ਹੁਣ ਵੀ ਹੈਗੇ ਆ। ਅਸਲ ਵਿੱਚ ਕੋਈ ਜੋਗੀ ਐਸਾ ਲੱਗਦਾ ਹੀ ਨਹੀਂ ਜਿਸ ਨੂੰ ਕਿ ਵਾਕਿਆ ਹੀ ਮੁਕਤੀ ਦੀ ਲੋੜ ਹੋਵੇ। ਜੇ ਐਸਾ ਹੁੰਦਾ ਤਾਂ ਭਗਤ ਕਾਲ ਤੋਂ ਬਾਅਦ ਇਸ ਗੁਰਮਤ ਦੇ ਗਿਆਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸਮਝ ਕੇ ਵੀ ਇਸ ਰਸਤੇ ਨੂੰ ਅਪਣਾਉਣ ਦੀ ਥਾਂ ਵਿਗਾੜਨ ਦੇ ਹੀ ਯਤਨ ਆਰੰਭੇ, ਜਿਹੜੇ ਕਿ ਹੁਣ ਤੱਕ ਵੀ ਜਾਰੀ ਹਨ। ਇਹ ਰਿੱਧੀ ਸਿੱਧੀ ਦੇ ਉਪਾਸਕ ਜੋਗੀ ਮਾਇਆਧਾਰੀ ਪ੍ਰਪੰਚੀ ਕੂੜ ਕਪਟ ਦੇ ਭਰੇ ਹੋਏ ਗੁਰਮਤਿ ਦੇ ਰਸਤੇ ਨੂੰ ਕਿਵੇਂ ਅਪਣਾ ਸਕਦੇ ਸਨ। ਉਹ ਤਾਂ ਆਪਣੇ ਜੋਗਮਤ ਦੀ ਸਰਦਾਰੀ ਨੂੰ ਬਚਾਉਣ ਲਈ ਹੀ ਯਤਨਸ਼ੀਲ ਸਨ। ਇਹ ਮਨ ਚਲ ਤੋ ਸੱਚ ਕਰ ਵੈਸੇ, ਨਾਨਕ ਨਾਮ ਆਧਾਰੋ। ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ। ਜਿਹੜਾ ਇਹ ਚਲਾਏਮਨ ਮਨ ਹੈਗਾ, ਜੇ ਸੱਚ ਘਰ ਵਿੱਚ ਆਪਣੇ ਨਿੱਜੀ ਘਰ ਵਿੱਚ ਮਨ ਦੀਆਂ ਆਸਾਂ ਤਿਆਗ ਕਰਕੇ ਬੈਠ ਜਾਵੇ ਤੇ ਹੁਕਮ ਨੂੰ, ਨਾਮ ਨੂੰ, ਸੱਚ ਨੂੰ ਆਪਣਾ ਆਧਾਰ ਬਣਾ ਲਵੇ, ਤਾਂ ਫਿਰ ਜਿਹੜਾ ਕਰਤਾ ਹੈ, ਜਿਹੜਾ ਆਪਣਾ ਮੂਲ ਹੈ, ਉਹਦੇ ਨਾਲ ਇਹਨੂੰ ਪਿਆਰ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਇਹਨੂੰ ਫਿਰ ਮਿਲਾ ਲੈਂਦਾ ਹੈ। ਸ਼ਰਤ ਇਹ ਹੈ ਕਿ ਸਤ ਸੰਤੋਖ ਹੋਵੇ ਅਰਦਾਸ, ਤਾਂ ਸੰਸਦ ਬਹਾਲੇ ਪਾਸ। ਜੇ ਇਹਦੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੋਵੇ ਤਾਂ ਹੀ ਉਹ ਆਪਣੇ ਨੂੰ ਕੋਲ ਬਿਠਾਲਦਾ ਹੈ। ਜੇ ਇਹਦੇ ਅੰਦਰ ਮਾਇਆ ਦੀਆਂ ਇੱਛਾਵਾਂ ਰਿੱਧੀਆਂ ਸਿੱਧੀਆਂ ਦੀ ਇੱਛਾ ਹੈਗੀ, ਭੁੱਖ ਹੈਗੀ ਆ, ਤਾਂ ਫਿਰ ਇਹਨੂੰ ਜਿਹੜਾ ਸੱਚ ਦੀ ਸਮਝ ਨਹੀਂ ਆਉਂਦੀ, ਉਹ ਆਪਣੇ ਕੋਲ ਨਹੀਂ ਬਿਠਾਲਦਾ ਤੇ ਸੱਚ ਨਾਲ ਪਿਆਰ ਨਹੀਂ ਲੱਗਦਾ। ਇਸ ਅਵਸਥਾ ਵਿੱਚ ਗੁਰਮੁਖ ਦਾ ਮਨ ਗੁਰ ਸ਼ਬਦ ਦੇ ਪਰਚੇ ਵਿੱਚ ਪਰਚਿਆ ਹੋਇਆ ਹਿਰਦੇ ਵਿੱਚ ਹੀ ਗੁਰ ਉਪਦੇਸ਼ ਵਿੱਚੋਂ ਗੁਰ ਗਿਆਨ ਦਾ ਰਸ ਪ੍ਰਾਪਤ ਕਰਦਾ ਰਹਿੰਦਾ ਹੈ। ਗੁਰਬਾਣੀ ਵਿਚਲੇ ਸੱਚ ਨਾਲ ਹਿਰਦਾ ਭਰ ਜਾਂਦਾ ਹੈ
ਉਸ ਸੱਚ ਨਾਲ ਜੁੜਿਆ ਮਨ ਪ੍ਰੇਮ ਮਨ ਦਾ ਮੋਹ ਨਸ਼ਟ ਕਰ ਦਿੰਦਾ ਹੈ। ਹੁਣ ਮਨ ਦੀ ਖੁਰਾਕ ਨਾਮ ਰਸ ਅੰਦਰੋਂ ਹੀ ਪ੍ਰਾਪਤ ਹੁੰਦੀ ਹੈ। ਵਿਖਿਆ ਰਸਾਂ ਨੂੰ ਮਨ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਪੈਂਦਾ ਹੈ। ਜੋਗੀ ਦਾ ਸਵਾਲ ਸਤਿਗੁਰੂ ਜੀ ਨੇ ਮਨ ਦੀ ਖੁਰਾਕ ਬਦਲਣ ਆਪਣੇ ਅੰਦਰੋਂ ਹੀ ਗੁਰ ਸ਼ਬਦ ਨਾਲ ਪਰਚਾ ਪਾ ਕੇ ਟਿਕ ਜਾਣ ਨਾਲ ਹੱਲ ਹੋਣ ਦੀ ਵਿਧੀ ਸਮਝਾਈ ਹੈ। ਯੋਗ ਮਤ ਅਨੁਸਾਰ ਵੀ ਮਸਲਾ ਮਨ ਦੇ ਟਿਕ ਜਾਣ ਨਾਲ ਹੀ ਹੱਲ ਹੋਣਾ ਮੰਨਿਆ ਹੈ। ਇਸ ਲਈ ਜੋਗੀ ਲੋਕ ਸਮਾਧੀ ਸਮੇਂ ਸੁਰਤ ਜਾਂ ਮਨ ਨੂੰ ਟਿਕਾ ਲੈਣ ਦੇ ਯਤਨ ਵਿੱਚ ਲੱਗੇ ਰਹਿੰਦੇ ਸਨ, ਪਰ ਜੋਗੀਆਂ ਨੂੰ ਇਹ ਨਹੀਂ ਸੀ ਪਤਾ ਕਿ ਗੁਰਦੁਆਰ ਦੀ ਪ੍ਰਾਪਤੀ ਮਨ ਦੇ ਸਦਾ ਟਿਕ ਜਾਣ ਨਾਲ ਹੀ ਸੰਭਵ ਹੈ। ਯੋਗ ਮਤ ਦੀ ਵਿਧੀ ਨਾਲ ਮਨ ਟਿਕ ਹੀ ਨਹੀਂ ਸਕਦਾ। ਜੇ ਸੁਰਤ ਨੂੰ ਪੰਜੇ ਗਿਆਨ ਇੰਦਰੀਆਂ ਨਾਲੋਂ ਵੱਖ ਕਰਕੇ ਟਿਕਾਉਣਾ ਹੋਵੇ ਤਾਂ ਇਸ ਦੇ ਟਿਕਣ ਦਾ ਸਥਾਨ ਮਨ ਦੇ ਅੰਦਰ ਹਿਰਦਾ ਸਥਾਨ ਹੀ ਹੈ, ਹੋਰ ਕੋਈ ਬਾਹਰ ਸਥਾਨ ਨਹੀਂ ਹੈ ਜਿੱਥੇ ਇਹ ਸੁਪਤ ਅਵਸਥਾ ਵਿੱਚ ਟਿਕੀ ਰਹਿ ਸਕਦੀ ਹੈ। ਇਸੇ ਲਈ ਲੋਕ ਸਮਾਧੀ ਵਿੱਚ ਬੈਠੇ ਬੈਠੇ ਡਿੱਗ ਜਾਂਦੇ ਹਨ, ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਜਦ ਸਮਾਧੀ ਵਾਲਿਆਂ ਦਾ ਇਹ ਤਰੀਕਾ ਅਸਫਲ ਹੋ ਗਿਆ, ਉਸ ਤੋਂ ਬਾਅਦ ਹੀ ਜੋਗੀਆਂ ਨੇ ਸਮਾਧੀ ਲਾਉਣ ਲਈ ਈੜਾ ਪਿੰਗਲਾ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਇਸ ਦੂਸਰੀ ਕਿਸਮ ਦੀ ਸਮਾਧੀ ਸਮੇਂ ਯੋਗਮਤ ਦੇ ਧਾਰਨ ਕਰਨ ਵਾਲਿਆਂ ਨੂੰ ਸਮਾਧੀ ਲਾਉਣ ਸਮੇਂ ਸੁਰਤ ਨੂੰ ਕੰਨਾਂ ਨਾਲ ਜੋੜਨ ਲਈ ਆਖਿਆ ਜਾਣ ਲੱਗ ਪਿਆ। ਕੰਨਾਂ ਦੁਆਰਾ ਜੁੜੀ ਹੋਈ ਸੁਰਤ ਕੰਨਾਂ ਦੁਆਰਾ ਸੁਣੀ ਹੋਈ ਧੁਨੀ ਨੂੰ ਮਨ ਤੱਕ ਪਹੁੰਚਾਉਣ ਦਾ ਕੰਮ ਕਰਨ ਲੱਗ ਪਏ। ਕਹਿਣ ਦਾ ਭਾਵ ਕਿ ਸੁਰਤ ਨੂੰ ਵਸ ਕਰਨ ਵਾਸਤੇ ਕੁਝ ਕੰਮ ਦੇ ਦਿੱਤਾ ਕਿ ਉਹ ਵਿਹਲੀ ਹੋ ਕੇ ਸੌਂ ਨਾ ਜਾਵੇ। ਭਾਵ ਸੁਰਤ ਨੂੰ ਪੂਰੀ ਤਰ੍ਹਾਂ ਨਾਲ ਸੰਸਾਰ ਨਾਲ ਤੋੜ ਕੇ ਕੰਨਾਂ ਨਾਲ ਜੋੜ ਦਿੱਤਾ, ਜਿਹੜਾ ਕਿ ਗੁਰਮਤਿ ਲਈ ਵੀ ਅਤ ਜ਼ਰੂਰੀ ਹੈ। ਗੁਰ ਕਾ ਉਪਦੇਸ਼ ਸੁਣਨ ਲਈ ਕਿਸੇ ਕਿਸਮ ਦੀ ਸਮਾਧੀ ਦੀ ਲੋੜ ਹੈ। ਇਸ ਲਈ ਗੁਰੂ ਰਾਮਦਾਸ ਜੀ ਸੋਠ ਰਾਗ ਦੀ ਵਾਰ ਵਿੱਚ ਆਖ ਰਹੇ ਹਨ, ਧੰਨ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ। ਭਾਵ ਕਿ ਇਸ ਅਵਸਥਾ ਵਿੱਚ ਬੈਠ ਕੇ ਜਿਹੜੇ ਸੰਤ ਜਨ ਗੁਰਸਿੱਖ ਗੁਰਬਾਣੀ ਦਾ ਵਿਖਿਆਨ ਸੁਣ ਲੈਣਗੇ ਉਹ ਧੰਨ ਹੋ ਜਾਣਗੇ, ਉਹਨਾਂ ਦਾ ਜੰਮਣਾ ਮਰਨਾ ਕੱਟਿਆ ਜਾਵੇਗਾ। ਹੁਣ ਇਹ ਤਾਂ ਸਮਝ ਵਿੱਚ ਆਉਂਦਾ ਹੈ ਕਿ ਜੇ ਐਸੀ ਸਮਾਧੀ ਲਗਾ ਕੇ ਪੂਰੇ ਗੁਰ ਕਾ ਉਪਦੇਸ਼ ਸੁਣਿਆ ਜਾਵੇ ਤਾਂ ਸਮਾਧੀ ਲਗਾਉਣ ਦਾ ਮੰਤਵ ਸਫਲ ਹੋ ਸਕਦਾ ਹੈ। ਪਰ ਜੋਗੀ ਲੋਕ ਤਾਂ ਸਮਾਧੀ ਵੇਲੇ ਸਰੀਰ ਦੀ ਮਸ਼ੀਨਰੀ ਦੇ ਚੱਲਣ ਤੋਂ ਪੈਦਾ ਹੋਣ ਵਾਲੀ ਆਵਾਜ਼ ਨੂੰ ਹੀ ਸੁਣਦੇ ਸਨ। ਉਸ ਤੋਂ ਕੀ ਲਾਭ ਹੋਣਾ ਸੀ? ਉਸ ਵਿੱਚੋਂ ਰਸ ਕਿਵੇਂ ਪ੍ਰਾਪਤ ਹੋ ਸਕਦਾ ਸੀ? ਇਸੇ ਲਈ ਇਸ ਸਮਾਧੀ ਵਿੱਚ ਨਾ ਤਾਂ ਸੁਰਤ ਹੀ ਜੁੜੀ ਰਹਿ ਸਕਦੀ ਹੈ ਅਤੇ ਹੀ ਨਾ ਮਨ ਚੈਨ ਨਾਲ ਬੈਠ ਸਕਦਾ ਹੈ। ਸੋ ਜੋਗੀਆਂ ਨੂੰ ਨਸ਼ਿਆਂ ਦਾ ਸਹਾਰਾ ਲੈ ਕੇ ਸੁਰਤ ਨੂੰ ਰੋਕਣ ਲਈ ਮਜਬੂਰ ਹੋਣਾ ਪੈ ਗਿਆ। ਗਿਆਨ ਪ੍ਰਾਪਤੀ ਦੀ ਗੱਲ ਲੁਪਤ ਹੋ ਕੇ ਰਹਿ ਗਈ। ਗਿਆਨ ਦੀ ਪ੍ਰਾਪਤੀ ਦਾ ਖਿਆਲ ਇਸ ਆਸ ਤੇ ਜਿਉਂਦਾ ਰਿਹਾ ਕਿ ਗਿਆਨ ਇੱਕ ਦਿਨ ਆਪਣੇ ਆਪ ਹੀ ਪ੍ਰਗਟ ਹੋ ਜਾਵੇਗਾ, ਜਿਹੜਾ ਕਿ ਅੱਜ ਤੱਕ ਇੱਕ ਖਿਆਲ ਹੀ ਬਣਿਆ ਹੈ। ਇਸ ਤਰੀਕੇ ਨਾਲ ਕਦੀ ਵੀ ਕਿਸੇ ਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਿਆ। ਗੁਰਮਤਿ ਵਿੱਚ ਅਜਿਹਾ ਥਾਂ ਥਾਂ ਲਿਖਿਆ ਮਿਲਦਾ ਹੈ। ਸ਼ਲੋਕ ਮਹਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵੇ, ਨਾ ਸੁਖ ਵਸੇ ਮਨ ਆਏ, ਨਾਨਕ ਨਾਮ ਬਿਹੂਣੇ ਮਨਮੁਖੀ, ਜਾਸਨ ਜਨ ਗਵਾਏ। ਕਿ ਗੁਰ ਦੇ ਗਿਆਨ ਤੋਂ ਬਗੈਰ ਜਿਹੜਾ ਮਨ ਵਿੱਚ ਸੁੱਖ ਪੈਦਾ ਨਹੀਂ ਹੋ ਸਕਦਾ, ਆਪਣੇ ਮੂਲ ਦੇ ਗਿਆਨ ਤੋਂ ਬਗੈਰ, ਆਪਣੇ ਸਰੂਪ ਦੇ ਗਿਆਨ ਤੋਂ ਬਗੈਰ। ਨਾਨਕ ਨਾਮ ਬਿਹੂਣੇ, ਕਹਿੰਦੇ ਨਾਮ ਤੋਂ ਬਿਹੂਣੇ ਜਿਹੜੇ ਮਨਮੁਖ ਹੈ ਆਪਣਾ ਜਨਮ ਗਵਾ ਕੇ ਚਲੇ ਜਾਂਦੇ ਹਨ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਸਾ ਸਿੱਧੀ ਸਾ ਕਰਾਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖੀ ਹਰ ਨਾਮ ਮਨ ਵਸੇ, ਇਹਾ ਸਿੱਧੀ ਇਹਾ ਕਰਾਮਾਤ। ਕਹਿੰਦੇ ਜਿਹੜੇ ਸਿੱਧ ਸਾਧਕ ਨਾਵੇ ਨੂੰ ਸਾਰੇ ਖੋਜਦੇ ਰਹੇ, ਥੱਕ ਗਏ ਲਿਵ ਲਾ ਲਾ ਕੇ, ਪਰ ਸੱਚ ਦੇ ਵਿਗਿਆਨ ਤੋਂ ਬਗੈਰ ਕਿਨੇ ਨਹੀਂ ਪਾਇਆ। ਜਿਹੜੇ ਗੁਰਮੁਖ ਹੁੰਦੇ ਹਨ ਉਹ ਸੱਚ ਦੇ ਨਾਲ ਮਿਲੇ ਰਹਿੰਦੇ ਹਨ, ਆਪਣੇ ਮੂਲ ਦੇ ਨਾਲ ਮਿਲੇ ਰਹਿੰਦੇ ਹਨ। ਉਹ ਮਿਲੇ ਮਿਲਾਏ ਹੁੰਦੇ ਹਨ। ਮਿਲੇ ਮਿਲਾਏ ਕਿਉਂ ਹੁੰਦੇ ਹਨ? ਕਿਉਂਕਿ ਉਹਨਾਂ ਨੂੰ ਗਿਆਨ ਹੁੰਦਾ ਹੈ। ਕਹਿੰਦੇ ਨਾਮ ਤੋਂ ਬਗੈਰ ਜਿਹੜਾ ਖਾਣਾ ਪਹਿਨਣਾ ਹੈਗਾ ਸਭ ਬਾਦ ਹੈਗਾ। ਤੇ ਜਿਹੜੀ ਸੰਸਾਰੀ ਸੋਝੀ ਹੈਗੀ ਏ, ਜਿਹੜੀ ਇਹਨੂੰ ਲੋਕ ਸਿੱਧੀ ਸਮਝਦੇ ਆ ਸੋਝੀ ਨੂੰ, ਜਾਂ ਕਰਾਮਾਤ ਸਮਝਦੇ ਹੈਗੇ, ਜਿਹੜੇ ਜੋਗੀ ਝੂਠੀਆਂ ਗੱਲਾਂ ਕਰਦੇ ਹਨ ਕਿ ਉਹ ਹਵਾ ਵਿੱਚ ਉੱਡ ਸਕਦੇ ਹਨ, ਚੰਦ ਤੇ ਜਾ ਸਕਦੇ ਹਨ, ਇਹ ਸਭ ਵਾਦ ਵਿਵਾਦ ਦਾ ਵਿਸ਼ਾ ਹੈ। ਇਹਦੇ ਵਿੱਚ ਕੁਛ ਨਹੀਂ ਹੈ। ਸਾ ਸਿੱਧੀ ਸਾ ਕਰਾਮਾਤ ਹੈ। ਅਸਲ ਵਿੱਚ ਜਿਹੜੀ ਅਸਲੀ ਸਿੱਧੀ ਜਾਂ ਕਰਾਮਾਤ ਹੈ ਉਹ ਇਹ ਹੈ ਕਿ ਜੇ ਕੋਈ ਅਚਿੰਤ ਹੋ ਜਾਵੇ, ਭਾਵ ਚਿੰਤਾ ਰਹਿਤ ਹੋਏ, ਚਿੰਤਾ ਜਾਏ ਮਿਟੇ ਅਹੰਕਾਰ,
ਤਿਸ ਜਨ ਕੋ ਕੋਇ ਨਾ ਪਹੁੰਚਨ ਹਾਰ। ਜੇ ਚਿੰਤਾ ਚਲੇ ਜਾਵੇ, ਹੰਕਾਰ ਮਿਟ ਜਾਵੇ ਤੇ ਉਹਦੇ ਵਰਗਾ ਕੋਈ ਵੀ ਨਹੀਂ ਹੈ। ਤੇ ਨਾਨਕ ਗੁਰਮੁਖੀ ਹਰ ਨਾਮ ਵਸੇ। ਨਾਨਕ ਜੀ ਕਹਿੰਦੇ ਹਨ, ਮਨ ਦੀਆਂ ਇੱਛਾਵਾਂ ਨੂੰ ਤਿਆਗ ਕੇ ਜਿਹੜਾ ਗੁਰਮੁਖ ਆਪਣੇ ਹਿਰਦੇ ਵਿੱਚ ਨਾਮ ਜਾਂ ਹੁਕਮ ਨੂੰ ਵਸਾ ਲੈਂਦਾ ਹੈ, ਇਹ ਸਭ ਤੋਂ ਵੱਡੀ ਸਿੱਧੀ ਹੈ ਜਾਂ ਸੋਝੀ ਹੈ। ਇਹੋ ਹੀ ਕਰਾਮਾਤ ਹੈ, ਹੋਰ ਕੋਈ ਸਿੱਧੀ ਜਾਂ ਕਰਾਮਾਤ ਨਹੀਂ ਹੁੰਦੀ, ਗੁਰਬਾਣੀ ਨਹੀਂ ਮੰਨਦੀ ਹੈਗੀ। ਨਾਟਕ ਚੇਟਕ ਕੀਏ ਕਾਜਾ, ਪ੍ਰਭ ਲੋਗਨ ਕੋ ਆਪ ਤਲਾਜਾ। 10ਵੇਂ ਪਾਤਸ਼ਾਹ ਦੀ ਵੀ ਬਾਣੀ ਹੈ ਕਿ ਜਿਹੜੇ ਨਾਟਕ ਚੇਟਕ ਹੈਗੇ ਆ, ਇਹ ਕੁਕਾਜ ਹੈਗੇ, ਸਹੀ ਕੰਮ ਨਹੀਂ ਹੈ, ਗਲਤ ਕੰਮ ਹੈ। ਹੁਕਮ ਸਭ ਤੋਂ ਵੱਡਾ ਹੁਕਮ ਹੈ, ਹੁਕਮ ਵਿੱਚ ਸਭ ਕੁਛ ਹੈ, ਤੇ ਹੁਕਮ ਦੇ ਅੱਗੇ ਆਪਾਂ ਕੀ ਨਾਟਕ ਚੇਟਕ ਕਰਕੇ ਦਿਖਾ ਸਕਦੇ ਕਿਸੇ ਨੂੰ। ਸਤਿਗੁਰੂ ਅਮਰਦਾਸ ਜੀ ਆਖਦੇ ਹਨ ਕਿ ਗੁਰ ਉਪਦੇਸ਼ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਗਿਆਨ ਤੋਂ ਸੱਖਣੇ ਰਹਿ ਜਾਣ ਵਾਲੇ ਮਨਮੁਖ ਆਪਣਾ ਹੀਰਾ ਜਨਮ ਅਜਾਈਂ ਗਵਾ ਕੇ ਚਲੇ ਜਾਂਦੇ ਹਨ। ਕਿ ਜਿਹੜੇ ਸਿੱਧ ਸਾਧਕ ਇੱਛਾ ਦਾ ਗਿਆਨ ਦੀ ਪ੍ਰਾਪਤੀ ਹੀ ਰੱਖਦੇ, ਪਰ ਉਹ ਸੁੰਨ ਸਮਾਧੀ ਅੰਦਰ ਆਪਣੀ ਲਿਵ ਜੋੜ ਕੇ ਥੱਕ ਗਏ, ਕਿਉਂਕਿ ਸਤਿਗੁਰ ਜੀ ਦਾ ਉਪਦੇਸ਼ ਸਮਾਧੀ ਸਮੇਂ ਨਾ ਸੁਣਨ ਕਰਕੇ ਉਹ ਗਿਆਨ ਤੋਂ ਸੱਖਣੇ ਰਹਿ ਗਏ। ਗਿਆਨ ਦੀ ਪ੍ਰਾਪਤੀ ਤਾਂ ਕਿਸੇ ਗੁਰਮੁਖ ਦੁਆਰਾ ਹੀ ਹੋਣੀ ਸੀ, ਕਿਸੇ ਗੁਰਮੁਖ ਦੇ ਉਪਦੇਸ਼ ਦੁਆਰਾ ਹੀ ਗਿਆਨ ਮਿਲਣਾ ਸੀ। ਗਿਆਨ ਪ੍ਰਾਪਤੀ ਬਿਨਾਂ ਰਿੱਧ ਸਿੱਧ ਜਿਸ ਦਾ ਸੰਬੰਧ ਪਹਿਨਣ ਖਾਣ ਨਾਲ ਹੀ ਹੁੰਦਾ ਹੈ, ਸਭ ਬਾਦ ਵਿਵਾਦ ਹੈ। ਅਸਲ ਸੋਝੀ ਜਾਂ ਕਰਾਮਾਤ ਗਿਆਨ ਦੀ ਪ੍ਰਾਪਤੀ ਉਪਰੰਤ ਨਿਰਭੈ ਪਦ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੂੰ ਗਿਆਨ ਦੀ ਦਾਤ ਅਚਿੰਤ ਕਰ ਦੇਵੇ, ਉਸ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਸਮਝ ਲੈਣੀਆਂ ਚਾਹੀਦੀਆਂ ਹਨ। ਭਾਵ ਸਾਰਿਆਂ ਦੀ ਸੋਝੀ ਆ ਜਾਣੀ ਸਮਝ ਲੈਣੀ ਚਾਹੀਦੀ ਹੈ। ਗੁਰਮੁਖ ਦੇ ਹਿਰਦੇ ਵਿੱਚ ਨਾਮ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ। ਉਹਨੂੰ ਪ੍ਰਚੰਡ ਗਿਆਨ ਦੀ ਪ੍ਰਾਪਤੀ ਹੋ ਜਾਣਾ ਹੀ ਸੋਝੀ ਹੈ, ਜਿਸ ਨਾਲ ਉਹਨਾਂ ਦਾ ਆਉਣਾ ਜਾਣਾ ਕੱਟਿਆ ਜਾਂਦਾ ਹੈ। ਇਹ ਕਰਾਮਾਤ ਹੈ ਉਹਨਾਂ ਕੋਲ ਹੁੰਦੀ ਹੈ, ਜਿਸ ਦੁਆਰਾ ਉਹ ਦੂਸਰਿਆਂ ਦੀ ਮਨ ਬੁੱਧੀ ਨੂੰ ਬਦਲ ਕੇ ਰੌਸ਼ਨ ਕਰ ਦਿੰਦੇ ਹਨ। ਮੁੱਕਦੀ ਗੱਲ ਇਹ ਕਿ ਸਮਾਧੀ ਦੇ ਸਮੇਂ ਜੋਗੀ ਕਿਸੇ ਪੂਰੇ ਗੁਰ ਦਾ ਉਪਦੇਸ਼ ਸੁਣ ਲੈਂਦੇ ਤਾਂ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਸਕਦਾ ਸੀ, ਪਰ ਉਹ ਜਿਹੜਾ ਸ਼ਬਦ ਸੁਣਦੇ ਰਹੇ ਉਹ ਉਪਦੇਸ਼ ਰੂਪ ਨਹੀਂ ਸੀ। ਇਸ ਲਈ ਜੋਗੀ ਸਰੀਰ ਨਾਲ ਜੁੜ ਕੇ ਮਾਇਆ ਵਿੱਚ ਫਸੇ ਰਹਿ ਗਏ। ਆਪਣੇ ਆਪ ਨੂੰ ਝੂਠ ਬੋਲ ਕੇ ਰਿੱਧ ਸਿੱਧ ਪ੍ਰਾਪਤ ਕਰ ਲੈਣ ਦਾ ਦਾਅਵਾ ਕਰਦੇ ਰਹੇ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੈ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੈ ਕਾਈ, ਗੋਰਖ ਪੁਤਲ ਹਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਸਤਿਗੁਰ ਜੀ ਦੇ ਸਮਝਾਏ ਹੋਏ ਮਾਰਗ ਅਨੁਸਾਰ ਮੁਕਤੀ ਪ੍ਰਾਪਤੀ ਦਾ ਰਸਤਾ ਤਾਂ ਜੋਗੀਆਂ ਨੂੰ ਕਿੰਤੂ ਕਰਨ ਦਾ ਕੋਈ ਰਾਹ ਦਿਖਾਈ ਨਹੀਂ ਦਿੱਤਾ, ਪਰ ਜੋਗੀਆਂ ਦੇ ਮੁਖੀ ਗੋਰਖ ਦੇ ਚੇਲੇ ਲਹਰੀਪੇ ਨੇ ਜੋਗਮਤ ਦੀ ਵਿਧੀ ਦੱਸਦੇ ਹੋਏ ਆਖਿਆ, ਸਰੀਰ ਕਰਕੇ ਹਾਡੀ, ਖੁਰਾਕ ਕਰਕੇ ਬਾਟੀ। ਜਦੋਂ ਤੱਕ ਪ੍ਰਾਣੀ ਸੰਸਾਰ ਨਾਲੋਂ ਵੱਖਰਾ ਨਹੀਂ ਹੁੰਦਾ, ਉਹ ਘਰ-ਬਾਰ ਛੱਡ ਕੇ ਗ੍ਰਸਥ ਮਾਰਗ ਦਾ ਤਿਆਗੀ ਨਹੀਂ ਬਣ ਜਾਂਦਾ। ਆਪਣੇ ਸਰੀਰ ਦੀ ਖੁਰਾਕ ਜੰਗਲਾਂ ਦੀਆਂ ਜੜੀਆਂ ਬੂਟੀਆਂ ਕੰਧ ਮੂਲ ਨੂੰ ਨਹੀਂ ਬਣਾਉਂਦਾ। ਉਹ ਤੀਰਥਾਂ ਦੇ ਇਸ਼ਨਾਨ ਕਰਕੇ ਸੁੱਖ ਫਲਾਂ ਦੀ ਪ੍ਰਾਪਤੀ ਨਹੀਂ ਕਰਦਾ, ਜਿਸ ਕਰਕੇ ਉਸ ਨੂੰ ਹੋਰ ਮਾਇਆ ਦੀ ਮੈਲ ਨਾ ਲੱਗੇ। ਉਹ ਯੋਗ ਦੀ ਜੁਗਤ ਵਿਧੀ ਨੂੰ ਨਹੀਂ ਸਮਝ ਸਕਦਾ। ਭਾਵ ਅਜਿਹਾ ਕੀਤੇ ਬਿਨਾਂ ਯੋਗ ਦੀ ਕਮਾਈ ਨਹੀਂ ਹੋ ਸਕਦੀ। ਭਾਵ ਯੋਗ ਨੂੰ ਨਹੀਂ ਸਮਝਿਆ ਜਾ ਸਕਦਾ। ਲਹਰੀਪੇ ਨੇ ਜੋਗਮਤ ਦੀ ਵਿਧੀ ਇਸ ਲਈ ਦੱਸੀ ਕਿਉਂਕਿ ਸਤਿਗੁਰ ਜੀ ਨੇ ਚਰਪਟ ਜੋਗੀ ਦੇ ਸਵਾਲਾਂ ਦੇ ਉੱਤਰ ਦਿੰਦੇ ਸਮੇਂ ਇਸ ਵਿਧੀ ਦਾ ਜ਼ਿਕਰ ਨਹੀਂ ਕੀਤਾ। ਸਤਿਗੁਰ ਜੀ ਨੇ ਕੇਵਲ ਗੁਰ ਉਪਦੇਸ਼ ਰਾਹੀਂ ਗਿਆਨ ਪ੍ਰਾਪਤ ਕਰ ਲੈਣ ਨੂੰ ਹੀ ਪਰਮੇਸ਼ਰ ਨਾਲ ਜੁੜ ਜਾਣ ਦਾ ਕੇਵਲ ਇੱਕ ਹੀ ਤਰੀਕਾ ਸਾਰੇ ਸਵਾਲਾਂ ਦੇ ਉੱਤਰ ਵਜੋਂ ਆਧਾਰ ਮੰਨਿਆ। ਭਾਵ ਉਹ ਮਨ ਨੂੰ ਟਿਕਾ ਕੇ ਸੁਰਤ ਨੂੰ ਮਨ ਦੇ ਅੰਦਰ ਕਰ ਲੈਣ ਦੀ ਗੱਲ ਸੀ, ਜਾਂ ਸੰਸਾਰ ਨੂੰ ਦੁੱਤਰ ਸਾਗਰ ਮੰਨ ਕੇ ਇਸ ਤੋਂ ਪਾਰ ਹੋਣ ਦੀ ਗੱਲ ਸੀ, ਜਾਂ ਫਿਰ ਗੁਰਦੁਆਰੇ ਨਿੱਜ ਘਰ ਦੀ ਪ੍ਰਾਪਤੀ ਦੀ ਗੱਲ ਸੀ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਸਤਿਗੁਰੂ ਜੀ ਨੇ ਗੁਰ ਸ਼ਬਦ ਰਾਹੀਂ ਗਿਆਨ ਦੀ ਪ੍ਰਾਪਤੀ ਕਰ ਲੈਣ ਦਾ ਹੀ ਇੱਕਮਾਤਰ ਹੱਲ ਦੱਸਿਆ। ਜਦੋਂ ਸਤਿਗੁਰੂ ਜੀ ਨੇ ਨਾਨਕ ਨਾਮ ਉਧਾਰੋ ਦੀ ਗੱਲ ਕੀਤੀ, ਭਾਵ ਮਨ ਦੀ ਖੁਰਾਕ ਨਾਮ ਨੂੰ ਹੀ ਬਣਾ ਲੈਣ ਦੀ ਗੱਲ ਕੀਤੀ, ਉਸ ਦੇ ਉੱਤਰ ਵਿੱਚ ਜੋਗੀ ਨੇ ਇੱਥੇ ਕੰਧ ਮੂਲ ਆਹਾਰੋ ਭਾਵ ਕੰਧ ਮੂਲ ਨੂੰ ਖੁਰਾਕ ਬਣਾਉਣ ਦੀ ਗੱਲ ਕੀਤੀ। ਹੁਣ ਇੱਥੇ ਸਪਸ਼ਟ ਦਿਖਾਈ ਦੇ ਰਿਹਾ ਕਿ ਜੋਗੀਆਂ ਦਾ ਮੁਖੀ ਲਹਰੀਪਾ ਪੂਰੀ ਤਰ੍ਹਾਂ ਨਾਲ ਸਰੀਰ ਨਾਲ ਜੁੜਿਆ ਲੱਗਦਾ ਹੈ, ਜਦ ਕਿ ਸਤਿਗੁਰ ਜੀ ਦੀ ਗੱਲ ਸਰੀਰ ਨਾਲ ਕੋਈ ਵਾਸਤਾ ਹੀ ਨਹੀਂ, ਜਿਸ ਤੋਂ ਸਾਬਤ ਹੋ ਜਾਂਦਾ ਕਿ ਜੋਗਮਤ ਵਿੱਚ ਸਰੀਰ ਨਾਲੋਂ ਅੱਡ ਨਹੀਂ ਹੋਇਆ ਜਾ ਸਕਦਾ। ਜੋਗਮਤ ਸਰੀਰ ਅਤੇ ਮਨ ਦੇ ਅੰਤਰ ਫਰਕ ਨੂੰ ਸਮਝਣ ਵਿੱਚ ਅਸਫਲ ਦਿਖਾਈ ਦੇ ਰਹੇ ਹਨ। ਗੁਰਮਤ ਵਿੱਚ ਆਖਿਆ ਗਿਆ ਕਿ ਅੱਜ ਤੱਕ ਕਿਸੇ ਵੀ ਜੋਗਮਤ ਦੇ ਧਾਰਨੀ ਨੇ ਤਨ ਵਿਚਲੇ ਮਨ ਨੂੰ ਨਹੀਂ ਖੋਜਿਆ,
ਸੁਣੀਏ ਜੋਗ ਜੁਗਤ ਤਨ ਭੇਦ। ਕਿ ਜਿਸ ਤੋਂ ਸਪਸ਼ਟ ਹੈ ਕਿ ਯੋਗੀਆਂ ਦੀ ਯੋਗਮਤ ਦੀ ਵਿਧੀ ਨਾਲ ਕੇਵਲ ਸਰੀਰ ਦਾ ਹੀ ਗਿਆਨ ਪ੍ਰਾਪਤ ਹੁੰਦਾ ਹੈ। ਕਹਿੰਦੇ ਅਸੀਂ ਕੋਈ ਇਹੋ ਜਿਹਾ ਨਹੀਂ ਸੁਣਿਆ ਜਿਹਨੇ ਯੋਗ ਜੁਗਤੀ ਭਾਵ ਆਪਣੇ ਅੰਦਰ ਮਨ ਅੰਦਰ ਖੋਜ ਕਰਕੇ ਆਪਣੇ ਮਨ ਦੇ ਅੰਦਰ ਜਾਣ ਦੀ ਜੁਗਤੀ ਨੂੰ ਸਮਝਿਆ ਹੋਵੇ। ਤਨ ਭੇਦ, ਇਸ ਭੇਦ ਨੂੰ ਸਮਝਿਆ ਹੋਵੇ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਿ ਜਾਤ ਵਿੱਚ ਜੋਤ ਹੈ ਤੇ ਜੋਤ ਵਿੱਚ ਆਪ ਹੈ। ਜੋਗੀ ਤਾਂ ਸਰੀਰ ਤੇ ਖੜੇ ਦਿਖਾਈ ਦਿੰਦੇ ਹਨ। ਸਰੀਰ ਵਿਚਲੇ ਮਨ ਨਾਲ ਯੋਗ ਦੀ ਜੁਗਤੀ ਦਾ ਕੋਈ ਵਾਸਤਾ ਹੀ ਨਹੀਂ। ਇੱਥੇ ਤਾਂ ਮਨ ਖੁਦ ਸਰੀਰ ਵਿਚਲੀ ਕਿਸੇ ਧੁਨੀ ਨੂੰ ਆਪਣੀ ਸੁਰਤ ਰਾਹੀਂ ਸੁਣ ਕੇ ਉਸ ਧੁਨੀ ਦੇ ਪੈਦਾ ਕਰਨ ਵਾਲੀ ਵਸਤੂ ਦੀ ਜਾਣਕਾਰੀ ਗਿਆਨ ਪ੍ਰਾਪਤ ਕਰ ਰਿਹਾ ਹੁੰਦਾ ਹੈ। ਮਨ ਖੁਦ ਕਿਸੇ ਹੋਰ ਚੀਜ਼ ਨੂੰ ਹੀ ਜਾਣਨ ਵਿੱਚ ਲੱਗਾ ਰਹਿੰਦਾ ਹੈ, ਜਦ ਕਿ ਗੁਰਮਤਿ ਦੀ ਵਿਧੀ ਮਨ ਨੂੰ ਹੀ ਸਮਝਣ ਲਈ ਉਪਦੇਸ਼ ਕਰਦੀ ਹੈ। ਮਨ ਦੇ ਸੁਭਾਅ ਨੂੰ ਬਦਲ ਲੈਣ ਦਾ ਉਪਦੇਸ਼ ਦਿੰਦੀ ਹੈ। ਮਨ ਦੇ ਸੁਭਾਅ ਨੂੰ ਬਦਲ ਲੈਣਾ ਹੀ ਮਨ ਜੀਤੇ ਜਗ ਜੀਤ ਹੈ। ਜਿਸ ਤੋਂ ਸਪਸ਼ਟ ਹੈ ਕਿ ਯੋਗ ਜੁਗਤੀ ਦੀ ਵਿਧੀ ਨਾਲ ਮਨ ਨੂੰ ਜਿੱਤ ਲੈਣ ਦੀ ਵਿਧੀ ਨਹੀਂ ਹੈ, ਜਦ ਕਿ ਮਨ ਨੂੰ ਹੋਰ ਤਕੜਾ ਕਰਨ ਵਾਲੀ ਗੱਲ ਹੈ, ਹੰਕਾਰ ਹੋਰ ਵਧਾਉਣ ਵਾਲੀ ਗੱਲ ਹੈ। ਜਦ ਕਿ ਗੁਰਮਤਿ ਦੀ ਵਿਧੀ ਗੁਰ ਕਾ ਗਿਆਨ ਪ੍ਰਾਪਤ ਕਰਕੇ ਮਨ ਦੇ ਆਪਣੇ ਗਿਆਨ ਦਾ ਹੰਕਾਰ ਤੋੜ ਕੇ ਇਸ ਨੂੰ ਹਰਾ ਦੇਣ ਦੀ ਵਿਧੀ ਹੈ। ਇਸੇ ਲਈ ਇਹ ਵਿਧੀ ਮਨ ਜੀਤੇ ਜਗ ਜੀਤ ਹੈ। ਅਵਿਨਾਸ਼ੀ ਰਾਜ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਰਿੱਧੀਆਂ ਸਿੱਧੀਆਂ ਦੀ ਭੁੱਖ ਇਸ ਵਿੱਚ ਜਾਗ ਹੀ ਨਹੀਂ ਸਕਦੀ। ਗੁਰਬਾਣੀ ਦਾ ਵਾਕ ਹੈ, ਮਨਮੁਖ ਮਨ ਅਜਿੱਤ ਹੈ, ਦੂਜੇ ਲੱਗੇ ਜਾਏ, ਤਿਸਨੂੰ ਸੁਖ ਸੁਪਨੇ ਨਹੀਂ, ਦੁੱਖੇ ਦੁੱਖ ਵਿਹਾਏ। ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ, ਇਹ ਮਨ ਵਸ ਨਾ ਆਵੇ, ਥੱਕੇ ਕਰਮ ਕਮਾਏ। ਭੇਖ ਧਾਰੀ ਭੇਖ ਕਰ ਕਰ ਥੱਕੇ, 68 ਤੀਰਥ ਨਹਾਏ, ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਗੁਰ ਪ੍ਰਸਾਦੀ ਭਉ ਭਇਆ ਬਡ ਭਾਗੀ, ਵਸਿਆ ਮਨ ਆਏ, ਭੈ ਪਈਏ ਮਨ ਵਸ ਹੋਏ, ਹਉਮੈ ਸ਼ਬਦ ਜਲਾਏ। ਸਚ ਰਤੇ ਸੇ ਨਿਰਮਲੇ, ਜੋਤੀ ਜੋਤ ਮਲਾਏ, ਸਤਿਗੁਰ ਮਿਲੀਏ ਨਾਉ ਪਾਈਐ, ਨਾਨਕ ਸੁਖ ਸਮਾਏ। ਇਹਨਾਂ ਪੰਕਤੀਆਂ ਵਿੱਚ ਸਤਿਗੁਰੂ ਜੀ ਆਖ ਰਹੇ ਹਨ ਕਿ ਪੰਡਤ ਲੋਕ ਪੋਥੀਆਂ ਨੂੰ ਪੜ੍ਹ ਪੜ੍ਹ ਕੇ, ਜੋਗੀ ਲੋਕ ਸਮਾਧੀਆਂ ਲਗਾ ਲਗਾ ਕੇ ਥੱਕ ਗਏ। ਇਹਨਾਂ ਵਿੱਚ ਕਿਸੇ ਨੇ ਵੀ ਨਾ ਤਾਂ ਆਪਣੇ ਮਨ ਨੂੰ ਵਸ ਕੀਤਾ ਹੀ, ਨਾ ਇਹਨਾਂ ਨੇ ਮਨ ਦੇ ਬਾਰੇ ਕੋਈ ਗਿਆਨ ਹੀ ਹਾਸਲ ਹੋ ਸਕਿਆ। ਇਹ ਭੇਖਧਾਰੀ ਲੋਕ 68 ਤੀਰਥਾਂ ਦੇ ਇਸ਼ਨਾਨ ਤੇ ਆਲੇ ਦੁਆਲੇ ਉਹਨਾਂ ਹੀ ਚੱਕਰਾਂ ਵਿੱਚ ਫਸੇ ਰਹੇ। ਇਹਨਾਂ ਦਾ ਹੰਕਾਰ ਤੇ ਭਰਮ ਜਿਉਂ ਦਾ ਤਿਉਂ ਹੀ ਰਿਹਾ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਕੇ ਹੁਕਮ ਵਿੱਚ ਚੱਲਣ ਦਾ ਭੈ ਡਰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਦਾ ਮਨ ਪਰਮੇਸ਼ਰ ਦੇ ਹੁਕਮ ਵਿੱਚ ਵਸ ਹੋ ਗਿਆ। ਉਹਨਾਂ ਦੇ ਅੰਦਰੋਂ ਗੁਰ ਉਪਦੇਸ਼ ਰਾਹੀਂ ਹੰਕਾਰ ਨਸ਼ਟ ਹੋ ਗਿਆ। ਉਹ ਗੁਰਮੁਖਾਂ ਨੇ ਸੱਚ ਪ੍ਰਾਪਤ ਕਰਕੇ ਆਪਣੇ ਹਿਰਦੇ ਮਨ ਨੂੰ ਨਿਰਮਲ ਕਰ ਲਿਆ, ਹਿਰਦਾ ਸ਼ੁੱਧ ਕਰ ਲਿਆ। ਪਰਮੇਸ਼ਰ ਦੀ ਜੋਤ ਵਿੱਚ ਆਪਣੀ ਸੁਰਤ ਜੋੜ ਕੇ ਸਮਾ ਕੇ ਇੱਕ ਰੂਪ ਹੀ ਹੋ ਗਏ। ਸਤਿਗੁਰ ਦੇ ਮਿਲਣ ਤੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਉਹ ਸੁਖ ਸਾਗਰ ਵਿੱਚ ਸਮਾ ਗਏ, ਪਰ ਮਨਮੁਖਾਂ ਤੋਂ ਆਪਣਾ ਮਨ ਜਿੱਤਿਆ ਹੀ ਨਹੀਂ ਗਿਆ, ਕਿਉਂਕਿ ਉਹ ਸਰੀਰ ਨਾਲ ਹੀ ਜੁੜੇ ਰਹਿ ਗਏ। ਉਹਨਾਂ ਨੂੰ ਤਾਂ ਸੁਪਨੇ ਵੀ ਸੁੱਖ ਨਹੀਂ ਹੋ ਸਕਦਾ, ਕਿਉਂਕਿ ਉਹ ਦੁੱਖਾਂ ਦੇ ਵਪਾਰੀ ਦੁੱਖ ਹੀ ਵਿਹਾਜਦੇ ਰਹਿੰਦੇ ਹਨ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੋਲਾਈ, ਬਿਨ ਨਾਵੈ ਮਨ ਟੇਕ ਨਾ ਟਿਕਿਆਈ, ਨਾਨਕ ਭੁੱਖ ਨਾ ਜਾਈ। ਹਾਟ ਪਟਨ ਘਰ ਗੁਰੂ ਦਿਖਾਇਆ, ਸਹਿਜੇ ਸਚ ਵਾਪਾਰੋ, ਖੰਡਤ ਨਿਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਜੋਗਮਤ ਬਾਹਰਲੇ ਸਰੀਰ ਨਾਲ ਜੁੜੀ ਹੋਣ ਕਰਕੇ ਹਾਟੀ ਬਾਟੀ ਲਫ਼ਜ਼ਾਂ ਦੇ ਅਰਥ ਹਾਟੀ ਬਾਹਰਲਾ ਸਰੀਰ, ਬਾਟੀ ਬਾਹਰਲੇ ਸਰੀਰ ਦਾ ਭੋਜਨ ਮੰਨਦੀ ਹੈ, ਪਰ ਗੁਰਮਤ ਅੰਦਰਲੇ ਨਿਰਾਕਾਰ ਸਰੀਰ ਦੀ ਗੱਲ ਕਰਦੀ ਹੈ। ਇਸ ਲਈ ਹਾਟੀ ਹਿਰਦਾ ਅਤੇ ਬਾਟੀ ਨੂੰ ਮਨ ਤ੍ਰਿਪਤ ਕਰ ਦੇਣ ਵਾਲੀ ਖੁਰਾਕ ਗਿਆਨ ਭੋਜਨ ਮੰਨਦੀ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹ ਸ਼ਬਦ ਭੇਦ ਜੋਗੀਆਂ ਦੀ ਸਮਝ ਤੋਂ ਬਾਹਰ ਦਿਖਾਈ ਦੇ ਰਿਹਾ ਹੈ। ਅਸਲ ਵਿੱਚ ਸਤਿਗੁਰ ਜੀ ਯੋਗ ਨੂੰ ਗਲਤ ਨਹੀਂ ਮੰਨਦੇ, ਗਲਤੀ ਸਿਰਫ ਸ਼ਬਦ ਭੇਦ ਹੋਣ ਕਰਕੇ ਦਿਸ਼ਾਹੀਨ ਹੋ ਜਾਣ ਵਿੱਚ ਦੇਖ ਰਹੇ ਹਨ। ਸਤਿਗੁਰ ਜੀ ਯੋਗੀਆਂ ਨੂੰ ਯੋਗ ਦਾ ਸਹੀ ਮਾਰਗ ਸਮਝਾ ਰਹੇ ਹਨ ਕਿ ਯੋਗ ਭਾਵ ਮਿਲਾਪ ਨਿਰਾਕਾਰ ਨਾਲ ਮਨ ਅਤੇ ਸੁਰਤ ਦਾ ਹੋਇਆ ਕਰਦਾ ਹੈ, ਜੋ ਗੁਰ ਉਪਦੇਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਜਾ ਕੇ ਮਨ ਵਿਸ਼ਵਾਸ ਪ੍ਰਗਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਭਾਵ ਸੱਚ ਦੀ ਸਮਝ ਆ ਜਾਂਦੀ ਹੈ, ਉਹਦੇ ਅੰਦਰੋਂ ਤਤ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਉਸਦੇ ਅੰਦਰੋਂ ਤਤ ਗਿਆਨ ਪ੍ਰਗਟ ਹੁੰਦਾ ਹੈ। ਜੋਗੀਆਂ ਦਾ ਮੁਖੀ ਲੌਰੀਪਾ ਗੁਰ ਗੋਰਖਨਾਥ ਦਾ ਚੇਲਾ ਗੋਰਖ ਦੀ ਗੱਦੀ ਉੱਤੇ ਗੁਰੂ ਬਣਿਆ ਬੈਠਾ ਹੈ, ਜਿਸ ਨੂੰ ਸਤਿਗੁਰ ਜੀ
ਉਦੋਂ ਬੋਲੇ ਗਿਆਨੀ ਆਖ ਕੇ ਇਹ ਦੱਸ ਰਹੇ ਹਨ ਕਿ ਯੋਗ ਮਤ ਦੇ ਗੁਰੂ ਵੀ ਯੋਗ ਮਤ ਨੂੰ ਗਿਆਨ ਮਾਰਗ ਜਾਂ ਗਿਆਨ ਯੋਗ ਹੀ ਮੰਨਦੇ ਹਨ ਅਤੇ ਸਤਿਗੁਰ ਜੀ ਵੀ ਗਿਆਨ ਯੋਗ ਗੁਰਮਤਿ ਦੇ ਹਾਮੀ ਹਨ। ਉਹ ਤਾਂ ਕੇਵਲ ਮਤਭੇਦ ਸਮਝ ਕੇ ਭੁਲੇਖਿਆਂ ਨੂੰ ਮਿਟਾ ਦੇਣ ਲਈ ਯਤਨਸ਼ੀਲ ਹਨ। ਉਹ ਯੋਗ ਮਤ ਨੂੰ ਗੁਰਮਤਿ ਤੋਂ ਭਟਕੀ ਹੋਈ ਮਤ ਸਮਝ ਰਹੇ ਹਨ। ਇਸ ਲਈ ਯੋਗੀਆਂ ਨੂੰ ਸਮਝਾ ਕੇ ਗਿਆਨ ਪ੍ਰਾਪਤੀ ਦੇ ਸਹੀ ਮਾਰਗ ਤੇ ਲਿਆਉਣ ਦਾ ਉਪਰਾਲਾ ਕਰ ਰਹੇ ਹਨ। ਸਤਿਗੁਰ ਜੀ ਨੇ ਹਾਟੀ ਬਾਟੀ ਦੀ ਗੱਲ ਰੱਦ ਨਹੀਂ ਕੀਤੀ, ਉਹਨਾਂ ਨੇ ਕੇਵਲ ਇਸ ਦਾ ਅੰਤਰ ਹੀ ਸਮਝਾਇਆ। ਉਹਨਾਂ ਦਾ ਕਹਿਣਾ ਕਿ ਜਿਸ ਭੋਜਨ ਨਾਲ ਮਨ ਹੋਰ ਜ਼ਿਆਦਾ ਅਗਿਆਨਤਾ ਦੀ ਨੀਂਦ ਵਿੱਚ ਦੁਰਮਤ ਵਿੱਚ ਸੌਂ ਜਾਵੇ ਅਤੇ ਸੁਰਤੀ ਸੰਸਾਰੀ ਪਦਾਰਥਾਂ ਲਈ ਭਾਵ ਸਾਗਰਾਂ ਵਿੱਚ ਤੁਰੀ ਫਿਰਦੀ ਰਹੇ, ਅਜਿਹਾ ਖਾਣਾ ਲਾਹੇਵੰਦ ਨਹੀਂ ਹੈ। ਸੰਸਾਰੀ ਭੋਜਨ ਭਾਵੇਂ ਕਿਹੋ ਜਿਹਾ ਵੀ ਹੋਵੇ, ਸੁਰਤ ਨੂੰ ਉਸ ਦੀ ਤਲਾਸ਼ ਵਿੱਚ ਬਾਹਰ ਮੁਖੀ ਹੋ ਕੇ ਘੁੰਮਣਾ ਹੀ ਪਵੇਗਾ। ਕੰਦ ਮੂਲ ਵੀ ਸੁਰਤ ਦੇ ਉਦਮ ਸਦਕਾ ਹੀ ਪ੍ਰਾਪਤ ਹੁੰਦੇ ਹਨ। ਇਹਨਾਂ ਦੇ ਖਾਣ ਦੇ ਨਾਲ ਮਨ ਦੀ ਭੁੱਖ ਤਾਂ ਜਾ ਨਹੀਂ ਸਕਦੀ। ਇਸ ਲਈ ਲੋੜ ਮਨ ਦੀ ਭੁੱਖ ਮਿਟਾ ਕੇ ਇਸ ਨੂੰ ਟਿਕਾਉਣ ਦੀ ਹੈ, ਜਿਹੜੀ ਕਿ ਗਿਆਨ ਪ੍ਰਾਪਤੀ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਇਹ ਤਾਂ ਸਗੋਂ ਮਨ ਨੂੰ ਇੱਕ ਤਿਣਕਾ ਮਾਤਰ ਅਲਪਹਾਰ ਪ੍ਰਾਪਤ ਹੋ ਜਾਣ ਨਾਲ ਵੀ ਜਗਾ ਦਿੰਦੀ ਹੈ, ਜਿਹੜਾ ਸੱਚ ਦਾ ਗਿਆਨ ਹੁੰਦਾ ਹੈ। ਇਸ ਗੱਲ ਨੂੰ ਤੱਤ ਵਿਚਾਰ ਮੰਨ ਲੈਣਾ ਚਾਹੀਦਾ ਹੈ। ਮਨ ਦੇ ਜਾਗ ਜਾਣ ਉਪਰੰਤ ਤਾਂ ਹੀ ਹਿਰਦਾ ਭਾਵ ਹਾਟ, ਪੱਟਣ ਭਾਵ ਸ਼ਹਿਰ ਬਾਜ਼ਾਰ, ਸੱਚਖੰਡ ਗਿਆਨ ਦੀ ਰੋਸ਼ਨੀ ਵਿੱਚ ਦਿਸ ਪੈਂਦਾ ਹੈ, ਜਿਸ ਵਿੱਚ ਬੈਠ ਕੇ ਸਹਿਜ ਗਿਆਨ ਦਾ ਆਨੰਦ ਪ੍ਰਾਪਤ ਕਰੀਦਾ ਹੈ। ਪਰ ਤੁਸੀਂ ਜੋ ਹਾਟੀ ਬਾਟੀ ਕਰਕੇ ਨਿਆਰੇ ਰਹਿਣ ਦੀ ਗੱਲ ਕੀਤੀ ਹੈ, ਉਸ ਦਾ ਸੰਬੰਧ ਸਰੀਰ ਨਾਲ ਹੈ। ਸਰੀਰ ਕਰਕੇ ਜੰਗਲਾਂ ਵਿੱਚ ਰਹਿਣ ਨਾਲ ਗ੍ਰਸਤ ਮਾਰਗ ਤੋਂ ਤਾਂ ਭੱਜਿਆ ਜਾ ਸਕਦਾ ਹੈ, ਪਰ ਮਨ ਵਿੱਚੋਂ ਮਾਇਆ ਦੀ ਭੁੱਖ ਮਿਟ ਜਾਵੇ ਤੇ ਫਿਰ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਮਗਰ ਦੌੜਨ ਦੀ ਕੀ ਲੋੜ ਹੈ, ਜੇ ਤੁਸੀਂ ਸੰਸਾਰ ਹੀ ਰਿਹਾ ਗਿਆ ਹੋਇਆ ਹੈ। ਤੁਹਾਡੀ ਯੋਗ ਮਤ ਅਨੁਸਾਰ ਤਾਂ ਸੰਤੋਖ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ, ਜਿਸ ਦੀ ਪ੍ਰਾਪਤੀ ਉਪਰੰਤ ਹੀ ਮਨ ਵਿੱਚੋਂ ਮਾਇਆ ਦੇ ਫੁਰਨੇ ਉੱਠਣੇ ਆਪ ਹੀ ਬੰਦ ਹੋ ਜਾਇਆ ਕਰਦੇ ਹਨ। ਭੁੱਖਾ ਮਨ ਸੁੱਖਾਂ ਦੀ ਪ੍ਰਾਪਤੀ ਕਰ ਲਵੇ, ਉਹ ਵੀ ਕੇਵਲ ਤੀਰਥਾਂ ਦੇ ਇਸ਼ਨਾਨ ਕਰਕੇ। ਇਸ ਗੱਲ ਤੇ ਵਿਸ਼ਵਾਸ ਇਸ ਲਈ ਨਹੀਂ ਕੀਤਾ ਜਾ ਸਕਦਾ ਕਿ ਅਜਿਹਾ ਕਰਨ ਨਾਲ ਅੱਜ ਤੱਕ ਕਿਸੇ ਨੂੰ ਸੁੱਖਾਂ ਫਲਾਂ ਦੀ ਪ੍ਰਾਪਤੀ ਹੋਈ ਹੋਵੇ। ਅਜਿਹਾ ਸਬੂਤ ਸੰਸਾਰ ਵਿੱਚ ਮਿਲਦਾ ਨਹੀਂ ਹੈ। ਜੇਕਰ ਤੁਹਾਡੀ ਇਸ ਧਾਰਨਾ ਨੂੰ ਕਿ ਤੀਰਥਾਂ ਦੇ ਇਸ਼ਨਾਨ ਨਾਲ ਸੁੱਖ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਮੰਨ ਵੀ ਲਈਏ, ਫਿਰ ਤੀਰਥ ਇਸ਼ਨਾਨ ਤਾਂ ਗ੍ਰਸਤ ਮਾਰਗ ਵਿੱਚ ਰਹਿੰਦੇ ਹੋਏ ਵੀ ਕੀਤਾ ਜਾ ਸਕਦਾ ਹੈ। ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਕੀ ਲੋੜ ਹੈ। ਸਭ ਤੋਂ ਵੱਡੀ ਕਮੀ ਜਿਹੜੀ ਤੁਹਾਡੇ ਵਿੱਚ ਦੱਸੇ ਹੋਏ ਯੋਗ ਮਤ ਵਿੱਚ ਹੈ, ਉਹ ਇਹ ਹੈ ਕਿ ਤੁਸੀਂ ਗੁਰ ਉਪਦੇਸ਼ ਦੀ ਲੋੜ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ। ਇੱਕ ਪਾਸੇ ਤਾਂ ਤੁਸੀਂ ਆਪਣੇ ਆਪ ਨੂੰ ਗੁਰੂ ਸਜਾਉਂਦੇ ਹੋ, ਦੂਜੇ ਪਾਸੇ ਤੁਹਾਡੀ ਦੱਸੀ ਹੋਈ ਯੋਗ ਮਤ ਦੀ ਵਿਧੀ ਵਿੱਚ ਮੁਕਤੀ ਪ੍ਰਾਪਤ ਕਰਨ ਲਈ ਜਾਂ ਗੁਰੂ ਜਾਂ ਗੁਰ ਉਪਦੇਸ਼ ਦੀ ਕੋਈ ਲੋੜ ਹੀ ਨਹੀਂ। ਇਹ ਤੁਹਾਡੀਆਂ ਦੋਵੇਂ ਗੱਲਾਂ ਆਪਾ ਵਿਰੋਧੀ ਹਨ, ਜਿਸ ਤੋਂ ਪਤਾ ਲੱਗਦਾ ਕਿ ਤੁਸੀਂ ਦਿਸ਼ਾਹੀਣ ਹੋ ਕੇ ਸਹੀ ਯੋਗ ਤੋਂ ਭਟਕੇ ਹੋਏ ਆਲ ਪਤਾਲ ਹੀ ਬੋਲ ਰਹੇ ਹੋ, ਜਦ ਕਿ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਦੀ ਧਾਰਨਾ ਨੂੰ ਵੀ ਪ੍ਰਵਾਨ ਕਰਦੇ ਹੋ। ਸਾਚ ਸ਼ਬਦ ਦੀ ਪ੍ਰਾਪਤੀ ਕਰਾਉਣ ਵਾਲੇ ਨੂੰ ਹੀ ਗੁਰੂ ਆਖਿਆ ਜਾ ਸਕਦਾ ਹੈ। ਜਿਹੜਾ ਵਿਅਕਤੀ ਸੱਚਾ ਉਪਦੇਸ਼ ਦੇ ਕੇ ਆਪਣੇ ਚੇਲਿਆਂ ਨੂੰ ਗਿਆਨ ਯੋਗ ਦੁਆਰਾ ਪਰਮੇਸ਼ਰ ਨਾਲ ਜੋੜ ਨਹੀਂ ਸਕਦਾ, ਉਹ ਗੁਰੂ ਕਹਾਉਣ ਦਾ ਅਧਿਕਾਰੀ ਕਿਵੇਂ ਬਣ ਸਕਦਾ ਹੈ। ਅਜਿਹੇ ਗੁਰੂਆਂ ਅਤੇ ਉਹਨਾਂ ਦੇ ਚੇਲਿਆਂ ਲਈ ਗੁਰਬਾਣੀ ਵਿੱਚ ਇਉਂ ਦਰਜ ਹੈ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਣੀ ਜਿਨ ਵਿਣ ਦਾਂਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖੀ ਨਦਰੀ ਆਇਆ, ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਹੁਣ ਇੱਥੇ ਸਤਿਗੁਰ ਜੀ ਉਪਦੇਸ਼ ਕਰਦੇ ਕਿ ਜਿਹੜੀ ਮਾਇਆ ਦੇ ਨਾਲ ਜਿਹੜਾ ਮੋਹ ਹੈ, ਕਿਉਂਕਿ ਮਾਇਆ ਮੋਹਣੀ ਹੈ, ਮਨ ਨੂੰ ਮੋਹ ਲੈਣ ਵਾਲੀ ਹੈ, ਤੇ ਮਨ ਨਾਲ ਜਿਹੜਾ ਮੋਹ ਕਰਨਾ ਹੈ, ਜਿਵੇਂ ਸਮਝ ਲਓ ਕਿ ਕੋਈ ਕਿਸੇ ਦੇ ਦੰਦ ਨਹੀਂ ਹੈਗੇ ਤੇ ਪਰ ਫਿਰ ਵੀ ਉਹ ਦੰਦਾਂ ਤੋਂ ਬਗੈਰ ਹੀ ਜੱਗ ਨੂੰ ਚਬਾ ਜਾਵੇ, ਭਾਵ ਕਿ ਮਾਇਆ ਦੇ ਪਿੱਛੇ ਲੱਗ ਕੇ ਜਿਹੜਾ ਜੀਵ ਆਪਣਾ ਅਸਲੀ ਕੰਮ ਜਿਹੜਾ ਉਹ ਭੁੱਲ ਜਾਂਦਾ ਹੈ। ਇਸ ਤਰ੍ਹਾਂ ਮਾਇਆ ਜਿਹੜੀ ਹੈ ਦੰਦਾਂ ਤੋਂ ਬਗੈਰ ਹੀ ਜੱਗ ਨੂੰ ਖਾ ਜਾਂਦੀ ਹੈ। ਜਿਹੜੇ ਮਨਮੁਖ ਆ ਉਹ ਖਾ ਲੈਂਦੀ ਹੈ, ਜਿਹੜੇ ਗੁਰਮੁਖ ਹੈਗੇ ਉਹ ਤੋਂ ਬਚ ਜਾਂਦੇ ਹਨ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਚਿੱਤ ਹੈ ਸੱਚ ਦੇ ਨਾਲ ਲਾਇਆ ਹੁੰਦਾ ਹੈ। ਬਿਨ ਨਾਮ ਹੈ ਜੱਗ ਕਮਲਾ ਫਿਰੇ, ਕਿਉਂਕਿ ਨਾਮ ਤੋਂ ਬਗੈਰ ਸੱਚ ਦੇ ਗਿਆਨ ਤੋਂ ਬਗੈਰ ਜੱਗ ਜਿਹੜਾ ਕਮਲਾ ਫਿਰਦਾ ਹੈ, ਇਹਦੀ ਸਮਝ ਸਿਰਫ ਗੁਰਮੁਖ ਨੂੰ ਹੀ ਹੈ। ਧੰਦਾ ਕਰਦਿਆਂ ਜਿਹੜਾ ਨਿਫਲ ਜਨਮ ਜਿਹੜੇ ਮਨਮੁਖ ਗਵਾ ਲੈਂਦੇ ਹਨ, ਤੇ ਜਿਹੜਾ ਸੁਖਦਾਤਾ ਹੈਗਾ, ਜਿਹੜਾ ਸੱਚ ਹੈਗਾ, ਜਿਹੜਾ ਹੁਕਮ ਹੈਗਾ, ਉਹਨੂੰ ਮਨ ਵਿੱਚ ਨਹੀਂ ਵਸਾਉਂਦੇ। ਨਾਨਕ ਨਾਮ ਤਿਨਾਂ ਕੋ ਮਿਲਿਆ। ਨਾਨਕ ਜੀ ਕਹਿੰਦੇ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ ਕੋ ਧੁਰ ਲਿਖ ਪਾਇਆ, ਜਿਹੜੇ ਆਪਣੇ ਹਿਰਦੇ ਅੰਦਰੋਂ ਧੁਰੋਂ ਹੀ ਮੰਨ ਲੈਂਦੇ ਹਨ ਕਿ ਆਪਾਂ
ਹੁਕਮ ਅਨੁਸਾਰ ਚੱਲਣਾ ਹੈ। ਇਸ ਕਰਕੇ ਉਹ ਹੁਕਮ ਦੇ ਅੱਗੇ ਸਰੈਂਡਰ ਕਰਕੇ ਆਪਣੇ ਆਪ ਨੂੰ ਸੱਚ ਅੱਗੇ ਆਪਣਾ ਆਪਾ ਸਮਰਪਿਤ ਕਰਕੇ ਹੁਕਮ ਵਿੱਚ ਚੱਲਦੇ ਹਨ ਅਤੇ ਚਿੰਤਾ ਰਹਿਤ ਰਹਿੰਦੇ ਹਨ। ਇਸ ਤਰ੍ਹਾਂ ਉਹ ਆਪਣੇ ਜਿਹੜਾ ਜੀਵਨ ਨੂੰ ਸਵਾਰ ਲੈਂਦੇ ਹਨ ਤਾਂ ਦੂਸਰਿਆਂ ਨੂੰ ਵੀ ਸਵਾਰਨ ਵਿੱਚ ਹੈਲਪ ਕਰਦੇ ਹਨ। ਜੇ ਕਿਸੇ ਨੂੰ ਗੁਰਬਾਣੀ ਪ੍ਰਤੀ ਕੋਈ ਸ਼ੰਕਾ ਹੋਵੇ ਤਾਂ ਉਹ ਕਮੈਂਟ ਛੱਡ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।